Hi, this is Sumandeep Kaur here. We are gonna discuss here Nobel Prize winners 2020 in case of physics. The three scientists who are being awarded as Nobel Prize winners 2020 are Roger Penrose, Andrea M. Ghez, and Reinhard Genzel for their findings in the darkest secret of universe known as black holes. Roger Penrose ਨੂੰ ਪੂਰੀ ਦੀ ਪੂਰੀ ਨੋਬਲ ਪ੍ਰਾਈਜ਼ ਦੀ ਅਮਾਊਂਟ ਦੇ ਵਿੱਚੋਂ ਹਾਫ ਅਮਾਊਂਟ ਜਿਹੜੀ ਆ ਐਜ਼ ਅ ਪ੍ਰਾਈਜ਼ ਮਿਲੇਗੀ ਐਂਡ ਐਂਡਰੀਆ ਐਮ ਗੇਜ਼ ਐਂਡ ਰੈਨਹਾਰਡ ਗੈਂਜ਼ਲ ਜਿਹੜੇ ਆ ਬਾਕੀ ਦੀ ਹਾਫ ਅਮਾਊਂਟ ਜਿਹੜੀ ਆ ਹਾਫ ਆਪਸ ਦੇ ਵਿੱਚ ਕਰਨਗੇ ਵਿਚ ਮੀਨਸ 1/2 part of the Nobel Prize amount will be given to Roger Penrose and the left 1/2 and 1/2 to Andrea M. Ghez and Reinhard Genzel respectively. ਪੂਰੀ ਦੇ ਪੂਰੀ ਨੌਲੇਜ ਜਾਣਨ ਤੋਂ ਪਹਿਲਾਂ ਡਿਸਕਸ਼ਨ ਤੋਂ ਪਹਿਲਾਂ ਅਸੀਂ ਇੱਕ ਕੁਝ ਕੁਐਸਚਨਸ ਸੁਣਾਂਗੇ ਸਮਝਾਂਗੇ ਕੁਐਸਚਨਸ ਕੀ ਨੇ ਧਰਤੀ ਸੂਰਜ ਦੁਆਲੇ ਘੁੰਮਦੀ ਆ ਚੰਨ ਧਰਤੀ ਦੇ ਦੁਆਲੇ ਘੁੰਮਦਾ ਆ ਅਸੀਂ ਸਾਰੇ ਧਰਤੀ ਦੀ ਸਤਹ ਤੇ ਟਿਕੇ ਹੋਏ ਆ ਕੋਈ ਵੀ ਚੀਜ਼ ਉੱਪਰ ਸੁੱਟੀ ਦੀ ਆ ਉਹ ਨੀਚੇ ਆ ਜਾਂਦੀ ਆ ਕਿਉਂ ਹੋ ਰਿਹਾ ਹੈ ਸਾਰਾ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਕਿ ਇੱਕ ਇਨਵਿਜ਼ੀਬਲ ਫੋਰਸ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਐਕਟ ਕਰਦੀ ਪਈ ਹੈ ਜਿਹਨੂੰ ਗ੍ਰੈਵੀਟੇਸ਼ਨਲ ਫੋਰਸ ਕਿਹਾ ਜਾਂਦਾ ਹੈ ਇਹ ਗ੍ਰੈਵੀਟੇਸ਼ਨਲ ਫੋਰਸ ਦੀ ਵਜ੍ਹਾ ਦੇ ਨਾਲ ਅਸੀਂ ਧਰਤੀ ਦੇ ਉੱਤੇ ਟਿਕੇ ਹੋਏ ਆ ਚੰਨ ਧਰਤੀ ਸੂਰਜ ਇਹਨਾਂ ਸਾਰੀਆਂ ਦੇ ਵਿੱਚ ਕੀ ਹੈ ਇੱਕ ਗ੍ਰੈਵੀਟੇਸ਼ਨਲ ਫੋਰਸ ਆਫ ਅਟਰੈਕਸ਼ਨ ਵਰਕ ਕਰਦੀ ਆ ਇਸੇ ਹੀ ਗ੍ਰੈਵੀਟੇਸ਼ਨਲ ਫੋਰਸ ਦਾ ਬਹੁਤ ਵੱਡਾ ਹਿੱਸਾ ਆ ਇਹਨਾਂ ਡਿਸਕਵਰੀਜ਼ ਦੇ ਵਿੱਚ ਰੋਜਰ ਪੈਨਰੋਜ਼ ਨੂੰ ਅਵਾਰਡ ਕੀਤਾ ਜਾਣਾ ਹੈ ਇਸ ਕਰਕੇ ਕਿ ਬਲੈਕ ਹੋਲਸ ਦੀ ਇਹਨਾਂ ਨੇ ਡਿਸਕਵਰੀ ਕੀਤੀ ਆ ਜਿਹੜੀਆਂ ਆਇਨਸਟਾਈਨ ਦੀਆਂ ਥਿਊਰੀ ਆਫ ਰਿਲੇਟਿਵਿਟੀ ਦੀਆਂ ਇਕੁਏਸ਼ਨਸ ਸੀ ਉਹਨਾਂ ਦੀ ਹੈਲਪ ਦੇ ਨਾਲ ਐਂਡਰੀਆ ਐਮ ਗੇਜ਼ ਐਂਡ ਰੈਨਹਾਰਡ ਗੈਂਜ਼ਲ ਦੋਨਾਂ ਨੇ ਗੈਲੈਕਸੀ ਦੇ ਸੈਂਟਰ ਦੇ ਵਿੱਚ ਇੱਕ ਅਦ੍ਰਿਸ਼ ਮਾਸ ਜਿਹੜਾ ਆ ਉਹ ਫਾਈਂਡ ਕੀਤਾ ਆ ਜਿਸ ਨੂੰ ਪਹਿਲਾਂ ਗੈਲੈਕਸੀ ਦੇ ਵਿੱਚ ਜਾਣਿਆ ਨਹੀਂ ਸੀ ਜਾਂਦਾ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੋਬਲ ਪ੍ਰਾਈਜ਼ ਫਿਜ਼ਿਕਸ ਦਾ ਐਸਟਰੋਫਿਜ਼ਿਕਸ ਦੇ ਹਿੱਸੇ ਜਾਂਦਾ ਆ ਐਸਟਰੋਫਿਜ਼ਿਕਸ ਕੀ ਹੁੰਦੀ ਆ ਫਿਜ਼ਿਕਸ ਦੀ ਉਹ ਵਾਲੀ ਬ੍ਰਾਂਚ ਜਿਹੜੀ ਐਸਟਰੋਨੋਮਿਕਲ ਸਟੱਡੀਜ਼ ਦੇ ਨਾਲ ਇਨਵੋਲਵ ਹੁੰਦੀ ਆ ਐਸਟਰੋਨੋਮਿਕਲ ਆਸਪੈਕਟਸ ਨੂੰ ਸਟੱਡੀ ਕਰਦੀ ਆ ਦੈਟ ਇਜ਼ ਨੋਨ ਐਜ਼ ਐਸਟਰੋਫਿਜ਼ਿਕਸ ਪਹਿਲਾਂ ਤਾਂ ਇਹ ਸ਼ੰਕਾ ਕੀਤੀ ਜਾਂਦੀ ਸੀ ਕਿ ਬਲੈਕ ਹੋਲਸ ਐਗਜ਼ਿਸਟ ਕਰਦੇ ਆ ਜਾਂ ਨਹੀਂ ਕਰਦੇ ਬਟ ਥਿਊਰੀ ਆਫ ਰਿਲੇਟਿਵਿਟੀ ਤੋਂ ਦੀ ਹੈਲਪ ਦੇ ਨਾਲ ਰੋਜਰ ਪੈਨਰੋਜ਼ ਨੇ ਇਹ ਸਾਬਿਤ ਕਰਤਾ ਆ ਕਿ ਬਲੈਕ ਹੋਲਸ ਜਿਹੜੇ ਆ ਉਹ ਐਗਜ਼ਿਸਟ ਕਰਦੇ ਆ ਯੂਨੀਵਰਸ ਦੇ ਵਿੱਚ 1915 ਵਿੱਚ ਆਇਨਸਟਾਈਨ ਦੀ ਥਿਊਰੀ ਆਫ ਰਿਲੇਟਿਵਿਟੀ ਆਈ ਥਿਊਰੀ ਆਫ ਰਿਲੇਟਿਵਿਟੀ ਐਕਸਪਲੇਨ ਕਰਦੀ ਆ ਗ੍ਰੈਵਿਟੇਸ਼ਨ ਨੂੰ ਪੂਰੀ ਤਰ੍ਹਾਂ ਮੈਥਮੈਟੀਕਲ ਇਕੁਏਸ਼ਨਸ ਦੇ ਨਾਲ ਆਇਨਸਟਾਈਨ ਨੇ ਜਿਹੜਾ ਆ ਡਿਸਕ੍ਰਾਈਬ ਕੀਤਾ ਹੋਇਆ ਆ ਆਪਣੀ ਇਸ ਥਿਊਰੀ ਦੇ ਵਿੱਚ ਬਹੁਤ ਹੀ ਜਟਿਲ ਮੈਥਮੈਟੀਕਲ ਇਕੁਏਸ਼ਨਸ ਉਹਨਾਂ ਨੇ ਫਾਰਮ ਕੀਤੀਆਂ ਜਿਨ੍ਹਾਂ ਨੂੰ ਸਮਝਣਾ ਬਹੁਤ ਮੁਸ਼ਕਿਲ ਆ ਬਹੁਤ ਦਹਾਕੇ ਲੱਗ ਗਏ ਇਹਨਾਂ ਸਾਇੰਟਿਸਟਸ ਨੂੰ ਵੀ ਸਮਝਣ ਲਈ ਉਹਨਾਂ ਦੀ ਥਿਊਰੀ ਦੇ ਸਿਰ 'ਤੇ ਫਿਰ ਉਹਨਾਂ ਨੇ ਇਹ ਸਾਰਾ ਕੁਝ ਫਾਈਂਡ ਕੀਤਾ ਕੁਝ ਸਾਲ ਬਾਅਦ ਜਰਮਨ ਦੇ ਇੱਕ ਸਾਇੰਟਿਸਟ ਆਏ ਉਹਨਾਂ ਨੇ ਕੁਝ ਚੌਂਕਾਉਣ ਵਾਲੇ ਤੱਥ ਜਿਹੜੇ ਉਹ ਸਾਹਮਣੇ ਰੱਖੇ ਥਿਊਰੀ ਆਫ ਰਿਲੇਟਿਵਿਟੀ ਤੋਂ ਉਹਨਾਂ ਦੇ ਅਨੁਸਾਰ ਅਗਰ ਬਹੁਤ ਸਾਰੀ એનર્ਜੀ ਇੱਕ ਬਿੰਦੂ ਵਿੱਚ ਸਿਮਟ ਕੇ ਰਹਿ ਜਾਵੇ ਤਾਂ ਉਸ ਜਗ੍ਹਾ ਦਾ ਸਪੇਸ ਟਾਈਮ ਬਿਲਕੁਲ ਜ਼ੀਰੋ ਹੋ ਜਾਵੇਗਾ ਤੇ ਇਸ ਬਿੰਦੂ ਨੂੰ ਸਿੰਗੂਲੈਰਿਟੀ ਕਿਹਾ ਜਾਂਦਾ ਹੈ ਇਸ ਬਿੰਦੂ ਦੀ ਇਨਫਾਈਨਾਈਟ ਡੈਂਸਿਟੀ ਹੁੰਦੀ ਹੈ ਇਸ ਬਿੰਦੂ ਉੱਪਰ ਕੋਈ ਵੀ ਫਿਜ਼ੀਕਲ ਨਿਯਮ ਕੰਮ ਨਹੀਂ ਕਰਦਾ ਈਵਨ ਕਿ ਆਇਨਸਟਾਈਨ ਦੀ ਰਿਲੇਟਿਵਿਟੀ ਥਿਊਰੀ ਵੀ ਨਹੀਂ ਪਰ ਆਇਨਸਟਾਈਨ ਨੇ ਇਹਨਾਂ ਸਾਰੇ ਫੈਕਟਸ ਨੂੰ ਮੰਨਣ ਤੋਂ ਇਨਕਾਰ ਕਰਤਾ ਬਟ ਹੋਰ ਕੁਝ ਸਾਲਾਂ ਤੋਂ ਬਾਅਦ ਹੋਰ ਕੁਝ ਸਾਲ ਲੰਘੇ ਤੇ ਰੋਜਰ ਪੈਨਰੋਜ਼ ਨੇ ਇਹ ਚੀਜ਼ ਸਾਬਿਤ ਕੀਤੀ ਬਿਲਕੁਲ ਇਹ ਚੀਜ਼ ਸਾਬਿਤ ਕੀਤੀ ਗਈ ਥਿਊਰੀ ਆਫ ਰਿਲੇਟਿਵਿਟੀ ਤੋਂ ਬਲੈਕ ਹੋਲ ਨੂੰ ਬਲੈਕ ਇਸ ਕਰਕੇ ਨਹੀਂ ਕਿਹਾ ਜਾਂਦਾ ਕਿ ਉਹਦਾ ਕਲਰ ਬਲੈਕ ਆ ਬਲੈਕ ਹੋਲ ਦੇ ਵਿੱਚ ਇੰਨੀ ਜ਼ਿਆਦਾ ਗ੍ਰੈਵਿਟੀ ਹੈਗੀ ਆ ਇੰਨੀ ਜ਼ਿਆਦਾ ਗ੍ਰੈਵਿਟੇਸ਼ਨ ਪਾਵਰ ਆ ਉਹਦੇ 'ਚ ਇੰਨੀ ਜ਼ਿਆਦਾ ਗ੍ਰੈਵਿਟੇਸ਼ਨ ਫੋਰਸ ਆ ਕਿ ਅਗਰ ਕੋਈ ਵੀ ਚੀਜ਼ ਉੱਥੇ ਚਲੀ ਜਾਂਦੀ ਆ ਤਾਂ ਉਹ ਕਦੀ ਵੀ ਵਾਪਸ ਨਹੀਂ ਆ ਸਕੂਗੀ ਸਾਨੂੰ ਕੋਈ ਚੀਜ਼ ਕਿਵੇਂ ਦਿਖਦੀ ਆ ਸਾਨੂੰ ਕੋਈ ਚੀਜ਼ ਤਾਂ ਦਿਖਦੀ ਆ ਜਦੋਂ ਲਾਈਟ ਸਾਡੀਆਂ ਅੱਖਾਂ ਤੱਕ ਪਹੁੰਚਦੀ ਆ ਤੇ ਰਿਫਲੈਕਸ਼ਨ ਦੇ ਤੌਰ ਤੇ ਸਾਨੂੰ ਉਹ ਚੀਜ਼ ਦਿਖਾਈ ਦਿੰਦੀ ਆ ਬਟ ਕੀ ਹੁੰਦਾ ਆ ਬਲੈਕ ਹੋਲ ਦੇ ਕੇਸ 'ਚ ਬਲੈਕ ਹੋਲ ਦੇ ਵਿੱਚ ਅਗਰ ਕੋਈ ਲਾਈਟ ਵੀ ਚਲੀ ਜਾਂਦੀ ਆ ਤਾਂ ਉਹ ਵੀ ਜਿਹੜੀ ਆ ਉੱਥੇ ਹੀ ਸਿਮਟ ਕੇ ਰਹਿ ਜਾਂਦੀ ਆ ਉੱਥੋਂ ਬਾਹਰ ਨਹੀਂ ਆਉਂਦੀ
ਫਿਰ ਅਗਰ ਲਾਈਟ ਉੱਥੋਂ ਅੱਖਾਂ ਤੱਕ ਪਹੁੰਚ ਹੀ ਨਹੀਂ ਰਹੀ ਤਾਂ ਬਲੈਕ ਹੋਲ ਜਿਹੜੇ ਆ ਉਹ ਨਹੀਂ ਦਿਖਣਗੇ। ਇਸ ਕਰਕੇ ਇਹਨਾਂ ਨੂੰ ਬਲੈਕ ਹੋਲ ਕਿਹਾ ਜਾਂਦਾ ਹੈ। ਸਟੀਫਨ ਹਾਕਿੰਗਸ ਵੀ ਕਹਿੰਦੇ ਆ ਬਲੈਕ ਹੋਲਸ ਆਰ ਨਾਟ ਕਾਲਡ ਬਲੈਕ ਬਿਕਾਜ਼ ਦੇ ਆਰ ਬਲੈਕ but because they are so rudely steal everything in sight. So in short, Roger Penrose will be awarded for the discovery that black hole formation is a robust prediction of the general theory of relativity. Next comes Reinhard Genzel and Andrea M. Ghez. We should be proud that Andrea M. Ghez is a lady. She has done her tremendous work. She has given her 30 years for this discovery. They both will be awarded for furthering the understanding of black holes, the most enigmatic objects in the universe. ਐਂਡਰੀਆ ਐਮ ਗੇਸ ਤੇ ਰੈਨਹਾਰਡ ਗੈਂਜ਼ਲ ਨੇ ਦੋਨਾਂ ਨੇ ਵੱਖਰੀ ਵੱਖਰੀ ਟੀਮਸ ਦੇ ਵਿੱਚ ਵਰਕ ਕੀਤਾ। ਇਹਨਾਂ ਨੇ ਆਪਣੇ ਪੂਰੇ 30 ਸਾਲ ਇਸ ਕੰਮ ਨੂੰ ਡਿਵੋਟ ਕੀਤੇ ਤਾਂ ਕਿ ਉਹ ਆਪਣੀ ਡਿਸਕਵਰੀ ਨੂੰ ਇੱਕ ਮੁਕੰਮਲ ਮੁਕਾਮ ਤੇ ਲੈ ਕੇ ਜਾ ਸਕਣ। ਦੋਨਾਂ ਨੇ ਡਿਸਕਵਰੀਜ਼ ਵੱਖਰੀ ਵੱਖਰੀ ਟੀਮ ਦੇ ਵਿੱਚ ਕੀਤੀਆਂ। ਵੱਖਰੀ ਵੱਖਰੀ ਟੀਮ ਦੇ ਵਿੱਚ ਡਿਸਕਵਰੀਜ਼ ਕਰਨ ਤੋਂ ਬਾਅਦ ਦੋਨਾਂ ਨੇ ਆਪਣੇ ਤੱਥ ਜਿਹੜੇ ਆ, ਫੈਕਟ ਜਿਹੜੇ ਆ, ਉਹਨਾਂ ਨੂੰ ਮਿਲਾਇਆ, ਡਿਸਕਸ਼ਨ ਕੀਤੀ। ਦੈਨ ਦੇ ਬੋਥ ਐਗਰੀਡ ਕਿ ਇੱਕ ਸੁਪਰ ਮਾਸਿਵ ਆਬਜੈਕਟ ਆ ਜਿਹੜਾ ਸਾਡੀ ਗਲੈਕਸੀ ਦੇ ਸੈਂਟਰ ਦੇ ਵਿੱਚ ਐਗਜ਼ਿਸਟ ਕਰਦਾ ਆ। ਗਲੈਕਸੀ ਜਿਹਨੂੰ ਆਕਾਸ਼ ਗੰਗਾ ਵੀ ਕਿਹਾ ਜਾਂਦਾ ਆ, ਜਿਹਦੇ ਵਿੱਚ ਬਹੁਤ ਸਾਰੇ ਸੌਰ ਮੰਡਲ ਹੁੰਦੇ ਆ। ਤੇ ਜਿਹੜਾ ਸਾਡਾ ਸੌਰ ਮੰਡਲ ਆ, ਸਾਡੇ ਸੌਰ ਮੰਡਲ ਦਾ ਨਾਮ ਹੈਗਾ ਮਿਲਕੀ ਵੇ, ਜਾਂ ਸਾਡੀ ਗਲੈਕਸੀ ਦਾ ਨਾਮ ਕੀ ਆ, ਮਿਲਕੀ ਵੇ। ਸਾਡਾ ਸੌਰ ਮੰਡਲ ਗਲੈਕਸੀ ਦੀ ਸਾਈਡ ਤੇ ਪੈਂਦਾ ਆ, ਬਟ ਉਹਦੇ ਸੈਂਟਰ 'ਚ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ। ਇਹ ਇੱਕ ਅਦ੍ਰਿਸ਼ ਚੀਜ਼ ਆ ਜਿਹੜੀ ਕਿਸੇ ਨੂੰ ਵੀ ਦਿਸਦੀ ਨਹੀਂ ਆ, ਤੇ ਇਸ ਨੂੰ ਕਿਹਾ ਗਿਆ ਆ ਇੱਕ ਸੁਪਰ ਮੈਸਿਵ ਆਬਜੈਕਟ ਜਿਹਦਾ ਮਾਸ ਕੀ ਆ 40 ਲੱਖ ਸੋਲਰ ਮਾਸ, ਮੀਨਸ ਕਿ 40 ਲੱਖ ਸੂਰਜਾਂ ਦੇ ਮਾਸ ਜਿੰਨਾ ਇਹਦਾ ਇੱਕ ਮਾਸ ਹੈਗਾ ਆ। ਜਦੋਂ 40 ਲੱਖ 40 ਲੈਕਸ ਸਨ ਇਕੱਠੇ ਹੋਣਗੇ ਫਿਰ ਇਹ ਇਵੇਂ ਦਾ ਇੱਕ ਸੁਪਰ ਮੈਸਿਵ ਆਬਜੈਕਟ ਬਣੂਗਾ ਜਿਹੜਾ ਸਾਡੀ ਮਿਲਕੀ ਵੇ ਦੇ ਸੈਂਟਰ ਦੇ ਵਿੱਚ ਆ। ਦੈਨ ਉਸਨੂੰ ਫਾਈਂਡ ਕਰਨ ਤੋਂ ਬਾਅਦ ਸ਼ੀ ਨੇਮਡ ਦਿਸ ਐਜ਼ ਅ ਸਟਾਰ ਸੈਜੀਟੇਰੀਅਸ ਏ ਸਟਾਰ। ਐਂਡ ਯੂਨੀਵਰਸ ਦਾ ਇੱਕ ਹੋਰ ਪਾਰਟ ਡਿਸਕਵਰ ਕਰਨ ਤੇ ਜਿਹੜਾ ਹੁਣ ਤੱਕ ਕਿਸੇ ਨੂੰ ਨਹੀਂ ਸੀ ਪਤਾ, ਇਸ ਕੰਮ ਦੇ ਕਰਕੇ ਸੈਜੀਟੇਰੀਅਸ ਏ ਸਟਾਰ ਫਾਊਂਡ ਕਰਨ ਦੇ ਕਰਕੇ ਰੈਨਹਾਰਡ ਗੈਂਜ਼ਲ ਐਂਡ ਐਂਡਰੀਆ ਐਮ ਗੇਜ਼ ਨੂੰ ਨੋਬਲ ਪ੍ਰਾਈਜ਼ ਜਿਹੜਾ ਆ ਉਹ ਮਿਲੇਗਾ। ਜੇ ਗੱਲ ਕਰੀਏ ਬਲੈਕ ਹੋਲਸ ਦੀ, ਬਲੈਕ ਹੋਲਸ ਕੀ ਆ? ਬਲੈਕ ਹੋਲਸ ਇੱਕ ਛੋਟੇ ਜਿਹੇ ਸਟਾਰ ਤੋਂ ਲੈ ਕੇ ਵੱਡੇ ਸੂਰਜ ਦੇ ਮਾਸ ਤੋਂ ਵੀ ਵੱਧ ਦੇ ਬਲੈਕ ਹੋਲਸ ਹੋ ਸਕਦੇ ਆ ਜਿਨ੍ਹਾਂ ਦੇ ਵਿੱਚ ਲਾਈਟ ਜਿਹੜੀ ਆ ਉਹ ਐਸਕੇਪ ਹੋ ਕੇ ਰਹਿ ਜਾਂਦੀ ਆ ਤੇ ਕਿਤੇ ਵੀ ਉਹ ਪਹੁੰਚਦੀ ਨਹੀਂ ਆ। ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਬਹੁਤ ਵੱਡੀ ਮਿਹਨਤ ਕੰਮ ਕੀਤੀ ਆ ਜਿਹੜੇ ਐਂਡਰੀਆ ਐਮ ਗੇਜ਼ ਐਂਡ ਰੈਨਹਾਰਡ ਗੈਂਜ਼ਲ, ਇਹਨਾਂ ਨੇ ਬਹੁਤ ਸਾਰੀਆਂ ਟੈਕਨੋਲੋਜੀਜ਼ ਡਿਵੈਲਪ ਕੀਤੀਆਂ, ਬਹੁਤ ਸਾਰੇ ਇੰਸਟਰੂਮੈਂਟਸ ਡਿਵੈਲਪ ਕੀਤੇ ਤਾਂ ਕਿ ਉਹ ਸੈਜੀਟੇਰੀਅਸ ਏ ਸਟਾਰ ਦਾ ਪਤਾ ਲਗਾ ਸਕਣ। ਸੈਜੀਟੇਰੀਅਸ ਏ ਨਾਮ ਉਹਨਾਂ ਨੇ ਉਸ ਸੁਪਰ ਮੈਸਿਵ ਆਬਜੈਕਟ ਨੂੰ ਫਾਈਂਡ ਕਰਨ ਤੋਂ ਬਾਅਦ ਦਿੱਤਾ। ਉਹ ਐਜ਼ ਸੱਚ ਦਿਖਦਾ ਨਹੀਂ ਸੀਗਾ। ਉਹਨੂੰ ਫਾਈਂਡ ਕਿਵੇਂ ਕੀਤਾ? ਫਾਈਂਡ ਕਰਨ ਤੇ ਉਹਨਾਂ ਨੂੰ ਫਾਈਂਡ ਕਰਨ ਲਈ ਉਹਨਾਂ ਨੂੰ ਉੱਥੋਂ ਬਹੁਤ ਜ਼ਿਆਦਾ ਜਿਹੜੀਆਂ ਸੀਗੀਆਂ ਰੇਡੀਓ ਵੇਵ, ਅਜੀਬ ਤਰ੍ਹਾਂ ਦੀਆਂ ਰੇਡੀਓ ਵੇਵਸ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋਈਆਂ। ਉਹ ਰੇਡੀਓ ਵੇਵਸ ਉਹਨਾਂ ਨੂੰ ਕਿੱਥੋਂ ਮਿਲੀਆਂ? ਜਿਹੜਾ ਇਸ ਸਟਾਰ ਦੇ ਆਲੇ ਦੁਆਲੇ ਹੋਰ ਸਟਾਰ ਸੀਗੇ ਉਹ ਦਿਸਦੇ ਆ, ਉਹ ਰਿਵੋਲਵ ਕਰਦੇ ਆ, ਉਹ ਮੂਵ ਕਰਦੇ ਆ। ਐਂਡ ਜਿਹੜੇ ਸਟਾਰਸ ਰਿਵੋਲਵ ਕਰਦੇ ਆ, ਇਹ ਰਿਵੋਲਵ ਕਰਨ ਤੇ ਉਸ ਸੁਪਰ ਮੈਸਿਵ ਆਬਜੈਕਟ ਦੇ ਕਰਕੇ ਇਹ ਰਿਵੋਲਵ ਕਰਦੇ ਆ ਤੇ ਰਿਵੋਲਵ ਕਰਨ ਤੇ ਇਹ ਰੇਡੀਓ ਵੇਵਸ ਐਮਿਟ ਕਰਦੇ ਆ, ਜਿਨ੍ਹਾਂ ਨੂੰ ਇਹਨਾਂ ਦੋਨੋਂ ਸਾਇੰਟਿਸਟਸ ਨੇ ਓਬਜ਼ਰਵ ਕੀਤਾ ਤੇ ਇਹ ਇਸ ਰਿਜ਼ਲਟ ਤੇ ਪਹੁੰਚੇ। We can conclude their discovery as the prize motivation of them is the discovery of a supermassive compact object and black holes are at the center of our galaxy. ਯੂਨੀਵਰਸ ਦਾ ਇੱਕ ਹੋਰ ਪਾਰਟ ਰਿਵੀਲ ਹੋਣ ਤੇ ਇੱਕ ਹੋਰ ਪਾਰਟ ਡਿਸਕਵਰ ਕਰਨ ਤੇ ਇਹਨਾਂ ਦੋਨੋਂ ਸਾਇੰਟਿਸਟਸ ਨੂੰ ਜਿਹੜਾ ਆ ਨੋਬਲ ਪ੍ਰਾਈਜ਼ ਮਿਲਿਆ ਆ 10 ਅਕਤੂਬਰ 2020 ਨੂੰ।
ਇਹ ਹਜੇ ਸਟਾਰਟਿੰਗ ਆ। ਦਿਸ ਡਜ਼ ਨੋਟ ਮੀਨ ਕਿ ਇੱਕ ਸਿਰਫ ਕੁਝ ਚੀਜ਼ ਫਾਈਂਡ ਕਰਨ 'ਤੇ ਨੋਬਲ ਪ੍ਰਾਈਜ਼ ਮਿਲ ਗਿਆ ਆ। ਇਸ ਪਿੱਛੇ ਉਹਨਾਂ ਦੀ 30 ਸਾਲਾਂ ਦੀ, ਕਈ ਦਹਾਕਿਆਂ ਦੀ ਮਿਹਨਤ ਸੀ, ਅਤੇ ਯੂਨੀਵਰਸ ਦਾ ਕੋਈ ਪਾਰਟ ਰਿਵੀਲ ਕਰਨਾ, ਉਸਨੂੰ ਡਿਸਕਵਰ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ। ਇਸ ਪਿੱਛੇ ਬਹੁਤ ਸਾਰੀ ਮਿਹਨਤ ਲੱਗਦੀ ਆ, ਬਹੁਤ ਸਾਰੇ ਐਫਰਟਸ ਲੱਗਦੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਆ ਇਹਨਾਂ ਤਿੰਨਾਂ ਸਾਇੰਟਿਸਟਸ ਨੂੰ ਅਵਾਰਡ ਮਿਲਣਾ ਆ। ਥੈਂਕ ਯੂ ਫॉर lending your ears।